ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਸੰਗਤ ਰੂਪ ਦੇ ਵਿੱਚ ਜੁੜ ਕੇ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ। ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ, ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਵਿਚਾਰ ਰਹੇ ਹਾਂ ਜੈਤ ਸ੍ਰੀ ਰਾਗ ਦੀ ਬਾਣੀ, ਮਹੱਲੇ ਪੰਜਵੇਂ ਦੀ ਬਾਣੀ। ਆਪਾਂ ਸ਼ੰਤਾਂ ਦੇ ਵਿੱਚ ਸ਼ੁਰੂ ਕੀਤੀ ਸੀ ਵਿਚਾਰ। ਆਓ ਇੱਕ ਸ਼ਬਦ ਆਪਾਂ ਕੱਲ ਵੀ ਵਿਚਾਰਿਆ ਸੀ, ਉਸ ਤੋਂ ਅੱਗੇ ਸ਼ੁਰੂ ਕਰਦੇ ਹਾਂ। ਜੈਤ ਸ੍ਰੀ ਮਹੱਲਾ ਪੰਜਵਾਂ, ਘਰ ਦੂਜਾ, ਛੰਤ। ਛੰਤਾਂ ਦੇ ਰੂਪ ਦੇ ਵਿੱਚ ਬਾਣੀ ਹੈ, ਕਿਉਂਕਿ ਵੱਖ ਵੱਖ ਤਰੀਕਿਆਂ ਦੇ ਨਾਲ ਬਾਣੀ ਉਚਾਰੀ ਗਈ ਹੈ। ਇੱਥੇ ਛੰਤ ਦੇ ਨਾਲ ਸ਼ਲੋਕ, ਫਿਰ ਛੰਤ, ਤਾਂ ਕਿ ਸ਼ਲੋਕ ਨੂੰ ਛੰਤ ਦੇ ਵਿੱਚ ਹੋਰ ਚੰਗੀ ਤਰ੍ਹਾਂ ਬਿਆਨ ਕੀਤਾ ਜਾ ਸਕੇ। ਸ਼ਲੋਕ ਦੀ ਵਿਆਖਿਆ ਛੰਤ ਦੇ ਵਿੱਚ ਹੋ ਜਾਂਦੀ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਤਿਗੁਰ ਦੀ ਕਿਰਪਾ ਸਦਕਾ ਜੋ ਇੱਕ ਓੰਕਾਰ ਪਰਮੇਸ਼ਰ ਵਾਹਿਗੁਰੂ ਹੈ, ਉਸ ਦਾ ਗਿਆਨ ਪ੍ਰਾਪਤ ਹੁੰਦਾ ਹੈ। ਸ਼ਲੋਕ ਦੇ ਵਿੱਚ ਸਮਝਾਉਂਦੇ ਨੇ, ਉੱਚਾ ਅਗੰਮ ਅਪਾਰ ਪ੍ਰਭ, ਕਥਨ ਨਾ ਜਾਏ ਅਕਥ। ਪ੍ਰਭੂ ਜੋ ਹੈ ਪਰਮੇਸ਼ਰ ਉੱਚਾ ਹੈ, ਅਗੰਮ ਹੈ, ਅਪਾਰ ਹੈ, ਤੇ ਕਥਨ ਦੇ ਵਿੱਚ ਨਹੀਂ ਹੈ, ਅਕਥ ਹੈ। ਸਾਡੇ ਆਪਣੇ ਵਸ ਨਹੀਂ ਹੈ ਕਥਨ। ਹਾਂ, ਪ੍ਰਭੂ ਭਾਵੇ ਉਹ ਕਥ ਦੀ ਕਥਾ ਆਪਣੀ ਕਰਵਾ ਲੈਂਦਾ ਹੈ। ਸਤਿਗੁਰ ਦੀ ਕਿਰਪਾ ਸਦਕਾ ਅਕਥ ਨੂੰ ਕਥਿਆ ਜਾਂਦਾ ਹੈ। ਪਰ ਜਦੋਂ ਕੌਣ ਕਥਦਾ ਹੈ, ਜਿਸ ਜੀਵ ਨੂੰ ਇਹ ਸੋਝੀ ਹੋ ਜਾਂਦੀ ਹੈ ਕਿ ਅਸੀਂ ਨਹੀਂ ਕਥ ਸਕਦੇ, ਅਕਥ ਹੈ। ਨਾਨਕ ਪ੍ਰਭ ਸਰਨਾਗਤੀ ਰਾਖਣ ਕੋ ਸਮਰੱਥ। ਫਿਰ ਜੀਵ ਉਸ ਪ੍ਰਭੂ ਦੀ ਸ਼ਰਨ ਦੇ ਵੀ ਜਾਂਦੇ ਹਾਂ। ਉਹਦੀ ਸ਼ਰਨ 'ਚ ਗਿਆ, ਉਹ ਸਮਰੱਥ ਹੈ, ਉਹ ਸਾਡੀ ਗਿਆਂ ਦੀ ਲਾਜ ਰੱਖਦਾ ਹੈ, ਤੇ ਫਿਰ ਉਹ ਆਪਣੀ ਕਥਾ ਵੀ ਆਪ ਕਰਵਾ ਲੈਂਦਾ ਹੈ। ਆਪਣੇ ਆਪ ਉਹਦੇ ਬਾਰੇ ਨਹੀਂ ਕਿਹਾ ਜਾ ਸਕਦਾ। ਜਿਵੇਂ ਪਹਿਲਾਂ ਸ਼ੁਰੂ 'ਚ ਕਿ ਸਤਿਗੁਰ ਦੀ ਕਿਰਪਾ ਸਦਕਾ ਹੀ ਇਹ ਬਾਣੀ ਦੀ ਵਿਚਾਰ ਹੁੰਦੀ ਹੈ, ਜੋ ਗਿਆਨ ਪੈਦਾ ਹੁੰਦਾ, ਉਤਪਨ ਹੁੰਦਾ ਹੈ, ਪ੍ਰਗਟ ਹੁੰਦਾ ਹੈ, ਸਤਿਗੁਰ ਦੀ ਕਿਰਪਾ ਸਦਕਾ ਹੁੰਦਾ ਹੈ। ਅੱਗੇ ਹੁਣ ਛੰਤ ਦੇ ਵਿੱਚ ਸਮਝਾਉਂਦੇ ਨੇ, ਜਿਉ ਜਾਨੋ ਤਿਉ ਰਾਖ ਹਰ ਪ੍ਰਭ ਤੇਰਿਆ। ਕਿਵੇਂ ਜਾਣਾ ਹੁੰਦਾ ਉਸ ਪ੍ਰਭੂ ਦੀ ਸ਼ਰਨ ਦੇ ਵਿੱਚ? ਆਪਣੇ ਆਪ ਨੂੰ ਕੁਛ ਜਨਾਉਣਾ ਨਹੀਂ ਹੁੰਦਾ। ਪ੍ਰਭੂ ਦੀ ਸ਼ਰਨ ਦੇ ਵਿੱਚ ਜਾ ਕੇ ਕਿ ਹੇ ਪ੍ਰਭੂ, ਤੇਰੀ ਸ਼ਰਨ ਵਿੱਚ ਆਏ ਹਾਂ, ਤੇਰੇ ਹੋ ਗਏ ਹਾਂ। ਜਿਉਂ ਤੈਨੂੰ ਪਾਉਂਦਾ ਹੈ, ਜਿਵੇਂ ਤੂੰ ਲੋਚਦਾ ਹਾਂ, ਚਾਹੁੰਦਾ ਹੈ, ਉਵੇਂ ਹੀ ਸਾਨੂੰ ਰੱਖ। ਜਿਉਂ ਜਾਨੋ ਤਿਉ ਰਾਖ ਹਰ ਪ੍ਰਭ ਤੇਰੇ। ਹੁਣ ਤੇਰੇ ਹੋ ਗਏ ਪ੍ਰਭੂ, ਤੇਰੀ ਸ਼ਰਨ ਆਏ ਹਾਂ, ਜਿਵੇਂ ਵੀ ਚਾਹੇ ਤੂੰ ਸਾਨੂੰ ਰੱਖ, ਆਪਣੀ ਸ਼ਰਨ ਦੇ ਵਿੱਚ ਰੱਖ। ਕੇਤੇ ਗਨੋ ਅਸੰਖ ਅਵਗਣ ਮੇਰਿਆ। ਮੈਂ ਕੋਈ ਚੰਗਾ ਨਹੀਂ, ਮੈਂ ਕੋਈ ਗੁਣਵਾਨ ਨਹੀਂ ਹਾਂ, ਮੇਰੇ 'ਚ ਔਗਣਾਂ ਦੀ ਕੋਈ ਘਾਟ ਨਹੀਂ ਹੈ, ਗਿਣਤੀ ਨਹੀਂ ਕੀਤੀ ਜਾ ਸਕਦੀ। ਮੇਰੇ 'ਚ ਅਸੰਖਾਂ ਔਗਣ ਨੇ, ਇੱਕ ਨਹੀਂ, ਦੋ ਨਹੀਂ, ਮੇਰੇ ਔਗਣਾਂ ਦੀ ਕੋਈ ਗਿਣਤੀ ਨਹੀਂ ਹੈ। ਪਰ ਹੇ ਪ੍ਰਭੂ, ਤੇਰੀ ਸ਼ਰਨ 'ਚ ਆਏ ਹਾਂ, ਜਿਵੇਂ ਤੂੰ ਚਾਹੇ ਉਵੇਂ ਰੱਖ। ਪਰ ਹੁਣ ਤੇਰੇ ਹੋ ਗਏ ਹਾਂ, ਕਿਉਂਕਿ ਤੂੰ ਸਮਰੱਥ ਹੈ। ਅਸੰਖ ਅਵਗੁਣ ਖੱਤੇ ਫੇਰੇ, ਨਿਤ ਪ੍ਰਤ ਸਦਾ ਸਦ ਭੂਲਿਆ। ਵੀ ਸਾਡੇ 'ਚ ਇੱਕ ਨੇ, ਅਸੰਖਾਂ ਅਵਗੁਣ ਨੇ। ਅਸੀਂ ਖੱਤੇ ਕਮਾਉਂਦੇ ਹਾਂ, ਅਸੀਂ ਗਲਤੀਆਂ ਕਰਦੇ ਹਾਂ,
ਨਿਤ ਪ੍ਰਤ ਸਦ ਭੁਲੀਐ। ਅਸੀਂ ਤਾਂ ਨਿਤ ਪ੍ਰਤ ਹੀ ਭੁੱਲਦੇ ਰਹਿੰਦੇ ਹਾਂ, ਕਿਉਂਕਿ ਸਾਨੂੰ ਗਿਆਨ ਹੀ ਨਹੀਂ ਹੈ। ਜਦ ਤੱਕ ਗਿਆਨ ਨਹੀਂ ਹੁੰਦਾ, ਜੀਵ ਗਲਤੀਆਂ ਕਰਦਾ ਹੈ। ਬਿਨਾਂ ਗਿਆਨ ਤੋਂ ਪੰਜਾਂ ਦੇ ਵਸ ਪੈ ਕੇ ਮਨ ਸਾਡਾ ਗਲਤੀਆਂ ਕਰਦਾ ਹੈ। ਪਰ ਉੱਥੇ ਫਿਰ ਸਜ਼ਾ ਕਿਸ ਨੂੰ ਮਿਲਣੀ ਹੈ? ਮਨ ਨੂੰ, ਕਿਉਂਕਿ ਉਹ ਤਾਂ ਕਰਵਾਉਂਦੇ ਨੇ, ਉਹਨਾਂ ਦਾ ਤਾਂ ਕੰਮ ਹੈ। ਸਾਡੇ ਮਨ ਨੂੰ ਜੋ ਉਹਨਾਂ ਦਾ ਸੰਗੀ ਬਣਦਾ ਹੈ, ਗਲਤੀਆਂ ਕਰਦਾ, ਇਸ ਦੀ ਸਜ਼ਾ ਮਿਲਦੀ ਹੈ। ਇਸ ਕਰਕੇ ਸਮਝਾਉਂਦੇ ਨੇ ਕਿ ਅਸੀਂ ਤਾਂ ਭੁੱਲਦੇ ਹਾਂ, ਭੁੱਲਣਹਾਰ ਹਾਂ, ਅਭੁੱਲ ਪਰਮੇਸ਼ਰ ਹੈ। ਮੋਹ ਮਗਨ ਬਿਕਰਾਲ ਮਾਇਆ, ਤੋ ਪ੍ਰਸਾਦੀ ਕੋਲੀਐ। ਵੀ ਹੇ ਪ੍ਰਭੂ, ਜਿਹੜੀ ਤੂੰ ਮਾਇਆ ਪੈਦਾ ਕੀਤੀ ਹੈ, ਕਿਉਂਕਿ ਪਰਮੇਸ਼ਰ ਨੇ ਸਾਡੇ 'ਚ ਗੁਣ ਵੀ ਪਾਏ ਨੇ, ਔਗਣ ਵੀ ਪਾਏ ਨੇ। ਦੂਜਾ ਹੈ ਨੀ, ਸਾਰੀ ਹੀ ਪਰਮੇਸ਼ਰ ਦੀ ਰਚਨਾ ਹੈ। ਇਸ ਕਰਕੇ ਮਾਇਆ ਵੀ ਪਰਮੇਸ਼ਰ ਦੀ ਹੈ, ਮੋਹ ਵੀ ਉਸੇ ਦਾ ਪਾਇਆ ਹੈ, ਬੇਕਾਰ ਵੀ ਉਸੇ ਨੇ ਪੈਦਾ ਕੀਤੇ ਨੇ। ਇਸ ਕਰਕੇ ਉਹਦੇ ਵਿੱਚ ਅਸੀਂ ਘੁਲਦੇ ਹਾਂ। ਤੇਰਾ ਸਾਨੂੰ ਗਿਆਨ ਨਾ ਹੋਣ ਕਰਕੇ ਅਸੀਂ ਤੇਰੇ ਜਿਹੜੀ ਰਚਨਾ ਹੈ, ਮਾਇਆ ਹੈ, ਇਹ ਸੰਸਾਰ ਹੈ, ਇਹਦੇ 'ਚ ਅਸੀਂ ਘੁਲਦੇ ਹਾਂ, ਅਸੀਂ ਇਹਦੇ ਵਿੱਚ ਰੱਤੇ ਰਹਿੰਦੇ ਹਾਂ। ਲੋਕ ਕਰਤ ਵਿਕਾਰ ਵਿਖੜੇ, ਪ੍ਰਭ ਨੇਰ ਹੂੰ ਤੇ ਨੇਰਿਆ। ਅਸੀਂ ਲੁਕ ਕੇ ਬਹੁਤ ਸਾਰੇ ਪਾਪ ਕਰਦੇ ਹਾਂ, ਬੇਕਾਰ ਕਰਦੇ ਹਾਂ। ਸਾਨੂੰ ਇਹ ਲੱਗਦਾ ਹੈ ਕਿ ਸਾਨੂੰ ਕਿਹੜਾ ਕੋਈ ਦੇਖਦਾ ਹੈ। ਪਰ ਹੇ ਪ੍ਰਭੂ, ਹੁਣ ਸਾਨੂੰ ਤੇਰਾ ਗਿਆਨ ਹੋ ਗਿਆ ਕਿ ਤੂੰ ਤਾਂ ਨੇੜੇ ਤੋਂ ਨੇੜੇ ਹੈ। ਤੂੰ ਤਾਂ ਇੰਨਾ ਨੇੜੇ ਹੈ, ਹੱਥ ਵੀ ਸਾਡੇ ਦੂਰ ਨੇ। ਕਹਿ ਰਵਿਦਾਸ ਹੱਥ ਪੈ ਨੇੜੇ। ਜਦੋਂ ਛੰਨ ਚਲੇ ਜਾਂਦਾ ਹੈ ਜੀਵ, ਫਿਰ ਆਪਣੇ ਔਗਣ ਬਿਆਨ ਕਰਦਾ ਹੈ ਤੇ ਦੱਸਦਾ ਕਿ ਅਸੀਂ ਤਾਂ ਇਹ ਸਮਝ ਕੇ ਕਰਦੇ ਰਹੇ ਕਿ ਸਾਨੂੰ ਕਿਹੜਾ ਕੋਈ ਦੇਖਦਾ ਹੈ। ਪਰ ਹੁਣ ਪਤਾ ਲੱਗਿਆ, ਪਹਿਲਾਂ ਇਹ ਵੀ ਕਹਿੰਦੇ ਰਿਹਾ ਜੀਵ ਵੀ ਪਰਮੇਸ਼ਰ ਦਾ ਭਾਣਾ ਹੈ। ਬੇਸ਼ੱਕ ਉਸੇ ਨੇ ਰਚਨਾ ਰਚੀ ਹੈ, ਉਸੇ ਨੇ ਚੰਗਿਆਈਆਂ ਤੇ ਬੁਰਾਈਆਂ ਪੈਦਾ ਕੀਤੀਆਂ ਨੇ, ਪਰ ਉਸਨੇ ਸਾਨੂੰ ਦੱਸ ਦਿੱਤਾ ਹੈ ਕਿ ਤੁਸੀਂ ਬੁਰਾਈਆਂ ਨਹੀਂ ਕਰਨੀਆਂ, ਚੰਗਿਆਈਆਂ ਕਰਨੀਆਂ ਨੇ। ਬੁਰਾਈਆਂ ਤਾਂ ਕਰੋਗੇ ਤੇ ਬੁਰਾਈਆਂ ਦਾ ਤੁਹਾਨੂੰ ਫਲ ਮਿਲੇਗਾ, ਚੰਗਿਆਈਆਂ ਕਰੋਗੇ, ਚੰਗਿਆਈਆਂ ਦਾ ਫਲ ਮਿਲੇਗਾ। ਚੰਗੇ ਚੰਗਾ ਕਰ ਮੰਨੇ, ਮੰਦੇ ਮੰਦਾ ਹੋਏ। ਚੰਗਾ ਕਰਾਂਗੇ, ਚੰਗਾ ਮੰਨਿਆ ਜਾਏਗਾ, ਮੰਦਾ ਕਰਾਂਗੇ, ਮੰਦਾ। ਹਾਂ, ਦੋਨੇ ਸਾਨੂੰ ਪਰੋਸ ਕੇ ਰੱਖ ਦਿੱਤੀਆਂ ਨੇ। ਇਸ ਕਰਕੇ ਫਿਰ ਜਦੋਂ ਜੀਵ ਨੂੰ ਗਿਆਨ ਹੁੰਦਾ ਹੈ, ਫਿਰ ਉਹ ਜਾਣ ਲੈਂਦਾ ਹੈ, ਫਿਰ ਬੇਨਤੀ ਕਰਦਾ ਉਸ ਪ੍ਰਭੂ ਦੇ ਚਰਨਾਂ ਦੇ ਵਿੱਚ, ਬਿਨਵੰਤ ਨਾਨਕ ਦਇਆ ਧਾਰੋ, ਕਾਢ ਭਵ ਜਲ ਫੇਰੇ। ਵੈਸੇ ਤਾਂ ਬਹੁਤ ਅਸੰਖਾਂ ਔਗਣ ਨੇ, ਬੜੇ ਪਾਪ ਕੀਤੇ, ਬੜੇ ਬੇਕਾਰਾਂ ਦੇ ਵਿੱਚ ਅਸੀਂ ਉਲਝੇ ਰਹੇ, ਪਾਪ ਕਰਦੇ ਰਹੇ ਕਿ ਸਾਨੂੰ ਕੋਈ ਦੇਖਦਾ ਨਹੀਂ। ਪਰ ਹੇ ਪ੍ਰਭੂ, ਹੁਣ ਸਾਨੂੰ ਇਹ ਗਿਆਨ ਹੋ ਗਿਆ, ਤੂੰ ਤਾਂ ਬਹੁਤ ਨੇੜੇ, ਨੇੜੇ ਤੋਂ ਨੇੜੇ ਹੈ। ਇਸ ਕਰਕੇ ਮੇਰੇ ਤੇ ਦਇਆ ਧਾਰ, ਕਿਰਪਾ ਕਰ, ਮੈਨੂੰ ਇਹ ਜਿਹੜਾ ਭਵ ਸਾਗਰ ਹੈ, ਜਨਮ ਮਰਨ ਦੇ ਗੇੜ ਦੇ ਵਿੱਚੋਂ ਮੈਨੂੰ ਕੱਢ ਲੈ। ਕਿਉਂਕਿ ਉਹਦੀ ਸ਼ਰਨ 'ਚ ਹੀ ਜਾਣਾ, ਜਾ ਕੇ ਹੀ ਬੇਨਤੀ ਕਰਦੇ, ਕਿਉਂਕਿ ਬੇਨਤੀ ਸਾਰਾ ਸੰਸਾਰ ਕਰਦਾ ਹੈ। ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਾਂ ਦੇਖਦੇ ਹਾਂ ਅਰਦਾਸਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਪਰ ਕਰਦਾ ਕਿੱਥੇ? ਤ੍ਰੈ ਗੁਣਾ ਦੇ ਵਿੱਚ, ਪ੍ਰਭੂ ਦੀ ਸ਼ਰਨ ਦੇ ਵਿੱਚ ਜਾ ਕੇ ਬੇਨਤੀ ਨਹੀਂ ਕਰਦਾ। ਕਿਉਂਕਿ ਪ੍ਰਭੂ ਦੀ ਸ਼ਰਨ ਜਾਵਾਂਗੇ, ਉੱਥੇ ਸਾਨੂੰ ਬੋਲਣ ਦੀ ਵੀ ਲੋੜ ਨਹੀਂ ਹੈ। ਜੋ ਸਾਡੀ ਇੱਛਾ ਹੈ, ਜੋ ਸਾਡੇ ਮਨ ਦੇ ਵਿੱਚ ਹੈ, ਉਹ ਜਾਣਦਾ ਹੈ। ਪ੍ਰਭੂ ਦੀ ਸ਼ਰਨ 'ਚ ਜਾ ਕੇ ਅਗਲਾ ਫਿਰ ਸ਼ਲੋਕ। ਨਿਰਤ ਨ ਪਵੈ ਅਸੰਖ ਗੁਣ, ਊਚਾ ਪ੍ਰਭ ਕਾ ਨਾਉ। ਨਾਨਕ ਕੀ ਬੇਨੰਤੀਆਂ, ਮਿਲੈ ਨਿਥਾਵੈ ਥਾਉ। ਕਿ ਪ੍ਰਭੂ ਬਹੁਤ ਉੱਚਾ ਹੈ, ਉਹਦਾ ਨਾਮ ਵੀ ਉੱਚਾ ਹੈ। ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ।
ਹੁਣ ਜੀਵ ਵੱਖ-ਵੱਖ ਤਰ੍ਹਾਂ ਦੇ ਕੋਸ਼ਿਸ਼ ਕਰਦਾ ਹੈ ਪ੍ਰਭੂ ਨੂੰ ਪਾਉਣ ਨੂੰ। ਕੋਈ ਨੱਚਦਾ ਹੈ, ਕੋਈ ਪੁੰਨਦਾਨ ਕਰਦਾ ਹੈ, ਕੋਈ ਕੁਛ ਕਰਦਾ ਹੈ। ਤੇ ਮਹਾਰਾਜ ਸਮਝਾਉਂਦੇ ਨੇ ਵੀ ਆਪਣੀ ਮੱਤ ਦੁਆਰਾ ਕੁਛ ਵੀ ਜੀਵ ਕਰ ਲਵੇ, ਉਸ ਪ੍ਰਭੂ ਨੂੰ ਨਹੀਂ ਪਾ ਸਕਦਾ। ਹਾਂ, ਉਹਦੇ ਚਰਨਾਂ ਦੇ ਵਿੱਚ ਬੇਨਤੀ ਕਰੀਏ, ਨਾਨਕ ਕੀ ਬੇਨੰਤੀਆਂ ਮਿਲੈ ਨਿਥਾਵੈ ਥਾਉ। ਜੇ ਅਸੀਂ ਉਹਦੇ ਚਰਨਾਂ 'ਚ ਬੇਨਤੀ ਕਰੀਏ ਕਿ ਹੇ ਪ੍ਰਭੂ, ਅਸੀਂ ਨਿਥਾਵੇ ਹਾਂ, ਸਾਨੂੰ ਥਾਂ ਬਖਸ਼ਿਸ਼ ਕਰ। ਅਸੀਂ ਨਿਮਾਣੇ ਹਾਂ, ਸਾਨੂੰ ਮਾਣ ਬਖਸ਼ਿਸ਼ ਕਰ। ਤੇ ਅਸੀਂ ਨਿਰਤਨ ਹਾਂ, ਸਾਨੂੰ ਧਨ ਬਖਸ਼ਿਸ਼ ਕਰ। ਕਿਹੜਾ ਧਨ? ਸੱਚਾ ਧਨ। ਫਿਰ ਪ੍ਰਭੂ ਉਹਨਾਂ ਤੇ ਕਿਰਪਾ ਕਰਦਾ ਹੈ। ਜਦ ਨਿਮਾਣੇ, ਇਹ ਨਹੀਂ ਵੀ ਕੋਈ ਦਿਖਾਵੇ ਦੇ, ਮਨ ਕਰਕੇ ਅਸੀਂ ਨਿਮਾਣੇ ਹੋਈਏ, ਮਨ ਕਰਕੇ ਨਿਥਾਵੇ ਹੋਈਏ। ਸਾਨੂੰ ਪਤਾ ਹੈ ਕਿ ਇੱਥੇ ਸਾਡਾ ਮਨ ਦਾ ਇੱਥੇ ਰਹਿਣ ਦਾ ਥਾਂ ਨਹੀਂ ਹੈ। ਜਿੱਥੇ ਅਸੀਂ ਜਾ ਕੇ ਸਦੀ ਵੀ ਰਹਿ ਸਕਦੇ ਹਾਂ, ਉਹ ਸਾਡਾ ਸੱਚਾ ਘਰ ਹੈ, ਸੁੰਨ ਹੈ। ਸੁੰਨ ਸਮਾਧ ਸੱਚੇ ਘਰ ਬਾਰਾ, ਸਤਿਗੁਰ ਤੇ ਪਾਏ ਵਿਚਾਰਾ। ਸੁੰਨ ਸਮਾਧ ਸੱਚੇ ਘਰ ਬਾਰਾ। ਜਦੋਂ ਜੀਵ ਨੂੰ ਉਸ ਘਰ ਦਾ ਜਦ ਤੱਕ ਗਿਆਨ ਨਹੀਂ, ਫਿਰ ਉਹ ਨਿਥਾਵਾ ਹੀ ਸਮਝਦਾ ਆਪਣੇ ਨੂੰ। ਸੰਸਾਰ ਦੇ ਵਿੱਚ ਕਿੰਨਾ ਮਾਣ ਤਾਣ ਮਿਲਦਾ ਹੋਵੇ, ਪਰ ਜਿਸ ਵਸਤੂ ਦੁਆਰਾ ਸਾਨੂੰ ਦਰਗਾਹ ਦੇ ਵਿੱਚ ਮਾਣ ਮਿਲਣਾ ਹੈ, ਉਹ ਹੈ ਨਾਮ। ਜੇ ਨਾਮ ਨਹੀਂ, ਅਸੀਂ ਨਿਮਾਣੇ ਹਾਂ। ਜੇ ਗਿਆਨ ਹੋ ਜਾਂਦਾ ਹੈ, ਫਿਰ ਨਿਮਾਣਿਆਂ ਨੂੰ ਮਾਣ ਦਿੰਦਾ ਹੈ, ਨਿਥਾਵਿਆਂ ਨੂੰ ਥਾਂ ਦਿੰਦਾ ਹੈ। ਜੇ ਸਮਝਦੇ ਹਾਂ ਸੰਸਾਰੀ ਧਨ ਦੌਲਤ ਤਾਂ ਬਹੁਤ ਹੈ, ਪਰ ਸੱਚਾ ਧਨ ਨਹੀਂ ਹੈ। ਇਸ ਕਰਕੇ ਨਿਰਤਨ ਹਾਂ। ਬਿਨ ਨਾਵੈ ਸਭ ਕੋ ਹੈ ਨਿਰਤਨ। ਨਾਮ ਤੋਂ ਬਿਨਾਂ ਸਾਰੇ ਹੀ ਨਿਰਤਨ ਹਾਂ। ਪਰ ਸੰਸਾਰੀ ਧਨ ਦੌਲਤ ਕਰਕੇ ਜੀਵ ਨੂੰ ਲੱਗਦਾ ਮੈਂ ਤਾਂ ਬੜਾ ਧਨਵੰਤਾ ਹਾਂ, ਮੈਂ ਬੜਾ ਧਨਵਾਨ ਹਾਂ, ਮੇਰੇ ਕੋਲ ਇੰਨੀ ਜਾਇਦਾਦ ਹੈ। ਪਰ ਨਾਲ ਕੁਛ ਵੀ ਨਹੀਂ ਜਾਣਾ, ਨਾਲ ਨਾਮ ਨਹੀਂ ਜਾਣਾ ਹੈ। ਫਿਰ ਜੀਵ ਪ੍ਰਭੂ ਤੋਂ ਨਾਮ ਮੰਗਦਾ ਹੈ, ਫਿਰ ਉਸ ਨੂੰ ਨਾਮ ਦੀ ਦਾਤ ਬਖਸ਼ਿਸ਼ ਕਰਦਾ ਹੈ, ਜਿਸ ਨੂੰ ਆਪਾਂ ਸੁਖਮਨੀ ਸਾਹਿਬ ਦੇ ਵਿੱਚ ਪੜ੍ਹਦੇ ਹਾਂ। ਨਿਰਧਨ ਕੋ ਧਨ ਤੇਰੋ ਨਾਉ, ਨਿਥਾਵੇ ਕੋ ਨਉ ਤੇਰਾ ਥਾਉ। ਨਿਮਾਣੇ ਕੋ ਪ੍ਰਭ ਤੇਰੋ ਮਾਨ, ਸਗਲ ਕਟਾ ਕੋ ਦੇਵੋ ਦਾਨ। ਕਰਨ ਕਰਾਵਨ ਹਾਰ ਸੁਆਮੀ, ਸਗਲ ਕਟਾ ਕਾ ਅੰਤਰਜਾਮੀ। ਆਪਣੀ ਗਤ ਮਿਤ ਜਾਣੇ, ਆਪੇ ਆਪਨ ਸੰਗ ਆਪ ਪ੍ਰਵਰਾਤੇ। ਤੁਮਰੀ ਉਸਤ ਤੁਮ ਤੇ ਹੋਏ, ਨਾਨਕ ਅਵਰ ਨ ਜਾਣਸ ਕੋਈ। ਫਿਰ ਆਪਣੀ ਗਤ ਮਿਤ ਆਪ ਜਾਣਦਾ, ਆਪਣੇ ਨਾਲ ਆਪ ਰਤ ਲੈਂਦਾ ਹੈ, ਆਪਣੀ ਉਸਤਤ ਆਪ ਕਰਵਾਉਂਦਾ ਹੈ। ਇਸ ਕਰਕੇ ਉਹਦੇ ਚਰਨਾਂ 'ਚ ਬੇਨਤੀ ਕਰਦੇ ਹਾਂ, ਫਿਰ ਸਾਨੂੰ ਥਾਂ ਦਿੰਦਾ ਹੈ। ਆਪਣੀ ਮੱਤ ਦੁਆਰਾ ਕੋਈ ਨੱਚ ਟੱਪ ਕੇ ਕੁਛ ਵੀ ਕਰਦਾ ਹੈ, ਪ੍ਰਭੂ ਨੂੰ ਨਹੀਂ ਪਾ ਸਕਦਾ। ਅੱਗੇ ਸ਼ੰਤ ਸ਼ਲੋਕ ਦੀ ਫਿਰ ਵਿਆਖਿਆ ਸ਼ੰਤ ਵਿੱਚ ਹੋ ਜਾਂਦੀ ਹੈ। ਦੂਸਰ ਨਾਹੀ ਠਾਓ ਕਾ ਪਹਿ ਜਾਈਏ। ਹੁਣ ਪ੍ਰਭੂ ਦੀ ਸ਼ਰਨ ਜਾਂਦਾ ਹੈ ਜੀਵ, ਤੇ ਫਿਰ ਬੇਨਤੀ ਕੀ ਕਰਦਾ ਹੈ ਕਿ ਹੇ ਪ੍ਰਭੂ, ਦੂਜੀ ਕੋਈ ਥਾਂ ਹੀ ਨਹੀਂ, ਕਿਹਦੇ ਕੋਲ ਜਾਈਏ? ਤੇਰੀ ਸ਼ਰਨ 'ਚ ਆਏ ਹਾਂ। 8 ਪਹਿਰ ਕਰ ਜੋੜ ਸੋ ਪ੍ਰਭ ਧਿਆਈਏ। ਕਹਿੰਦੇ 8 ਪਹਿਰ ਉਸ ਪ੍ਰਭੂ ਨੂੰ ਧਿਆਉਣਾ ਹੈ। ਕਰ ਜੋੜ, ਕਰ ਹੁੰਦੇ ਨੇ ਹੱਥ, ਲੇਕਿਨ ਇੱਥੇ ਜਿਹੜਾ ਮਨ ਹੈ, ਇੱਥੇ ਆਪਾਂ ਦ੍ਰਿਸ਼ਟੀ ਸਮ ਕਰਕੇ ਧਿਆਉਣਾ ਹੁੰਦਾ ਹੈ। ਕਿਉਂਕਿ ਇਹ ਤਨ ਦੇ ਹੱਥ ਪੈਰ ਨੇ, ਇੱਥੇ ਮਨ ਦੇ ਨੇ। ਜਿੱਥੇ ਬਿਨਾਂ ਹੱਥਾਂ ਤੋਂ ਕਰਨਾ ਹੁੰਦਾ ਹੈ, ਬਿਨਾਂ ਪੈਰਾਂ ਤੋਂ ਚੱਲਣਾ ਹੁੰਦਾ ਹੈ, ਬਿਨਾਂ ਅੱਖਾਂ ਤੋਂ ਦੇਖਣਾ ਹੁੰਦਾ ਹੈ, ਬਿਨਾਂ ਕੰਨਾਂ ਤੋਂ ਸੁਣਨਾ ਹੁੰਦਾ, ਬਿਨਾਂ ਜੇਬਾਂ ਤੋਂ ਬੋਲਣਾ ਹੁੰਦਾ ਹੈ। ਜਿੱਥੇ ਸਿਰਫ ਇੱਕ ਗੁਰ ਨੂੰ, ਇੱਕ ਸਿੱਖ ਲੈ ਕੇ ਜਾ ਕੇ ਹੁਕਮ ਨੂੰ ਮੰਨ ਕੇ ਜਿੱਥੇ ਆਪਾਂ ਹੁਕਮ ਨੂੰ ਮੰਨ ਕੇ ਪਰਮੇਸ਼ਰ ਸਮਾਉਣਾ ਹੁੰਦਾ ਹੈ, ਜਿਹਨੂੰ ਮਹਾਰਾਜ ਸਮਝਾਉਂਦੇ ਨੇ, ਅੱਖੀਂ ਬਾਝੋਂ ਵੇਖਣਾ, ਬਿਨ ਕੰਨਾਂ ਸੁਣਨਾ, ਪੈਰਾਂ ਬਾਝੋਂ ਚੱਲਣਾ, ਬਿਨ ਹੱਥਾਂ ਕਰਨਾ।
जेबां बाजों बोलना, क्यों जीवत मरना। नानक हुक्म पछाण कै, जा खसमे मिलना। हुक्म ਮੰਨ ਕੇ, ਹੁਕਮ ਨੂੰ ਪਹਿਚਾਣ ਕੇ ਜਾ ਕੇ ਪ੍ਰਭੂ ਨੂੰ ਮਿਲਣਾ ਹੁੰਦਾ ਹੈ ਅਤੇ ਸਿਰਫ ਦ੍ਰਿਸ਼ਟੀ ਦਾ ਹੈ। ਇਸ ਕਰਕੇ ਸਾਨੂੰ ਸਮਝਾਇਆ ਹੈ ਇੱਥੇ ਕਿਹੜੇ ਨੇਤਰ ਸਮ ਕਰਕੇ ਉਸ ਪ੍ਰਭੂ ਦੇ ਚਰਨਾਂ ਦੇ ਵਿੱਚ ਉਸ ਨੂੰ ਦੇਖੀ ਜਾਣਾ, ਧਿਆਈ ਜਾਣਾ ਹੁੰਦਾ ਹੈ। ਸੋ ਇਸ ਤਰੀਕੇ ਦੇ ਨਾਲ ਸਾਨੂੰ ਸਮਝਾਇਆ ਹੈ ਕਿ ਇਹਦਾ ਧਿਆਉਣਾ ਹੈ, ਦੋਏ ਹੱਥ ਜੋੜ ਤੇ ਜਿਵੇਂ ਇੱਥੇ ਕਿਹਾ ਹੈ, ਆਪਣੇ ਨੇਤਰ ਸੰਤੋਖ ਕੇ ਉਸ ਪ੍ਰਭੂ ਨੂੰ ਧਿਆਉਣਾ ਹੈ। ਮਨ ਦੇ ਇਹ ਤਨ ਦੇ ਹੱਥ ਨੇ, ਇੱਧਰ ਮਨ ਦੇ ਸਾਰਾ ਕੁਛ ਨੇਤਰਾਂ ਨਾਲ ਹੀ ਕੀਤਾ ਜਾਂਦਾ ਹੈ। ਧਿਆਏ ਸੋ ਪ੍ਰਭ ਸਦਾ ਆਪਣਾ, ਮਨਾ ਚਿੰਦਿਆ ਪਾਈਐ। ਕਹਿੰਦੇ ਸਦਾ ਆਪਣੇ ਪ੍ਰਭੂ ਨੂੰ ਧਿਆਉਣਾ ਹੈ ਦ੍ਰਿਸ਼ਟੀ ਸਮ ਕਰਕੇ, ਤੇ ਜੋ ਮਨ ਲੋਚਦਾ ਹੈ ਉਹ ਮਨ ਦੀ ਇੱਛਾ ਫਿਰ ਪੂਰੀ ਹੁੰਦੀ ਹੈ, ਮਨ ਦੀ। ਕਿਉਂਕਿ ਮਨ ਦੇ ਵਾਸਤੇ ਕੀ ਜ਼ਰੂਰੀ ਹੈ? ਨਾਮ। ਮਨ ਦਾ ਜਿਹੜਾ ਸ੍ਰੇਸ਼ਟ ਧਨ ਹੈ ਨਾਮ ਹੈ। ਮਨ ਦਾ ਭੋਜਨ ਵੀ ਨਾਮ, ਮਨ ਦਾ ਸਾਰਾ ਕੁਛ ਨਾਮ ਹੈ। ਨਾਮ ਧਨ, ਨਾਮੋ ਰੂਪ ਰੰਗ, ਨਾਮੋ ਸੁਖ ਨਾਮ ਕਾ ਸੰਗ। ਕਹਿੰਦੇ ਫਿਰ ਮਨ ਨੂੰ ਨਾਮ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ। ਜੇ ਆਪਾਂ ਸਿੱਧੇ ਸ਼ਬਦਾਂ ਵਿੱਚ ਸਮਝ ਲਈਏ ਕਿ ਫਿਰ ਮਨ ਨੂੰ ਨਾਮ ਦੀ ਦਾਤ ਮਿਲ ਜਾਂਦੀ ਹੈ, ਮਨ ਦੀ ਇੱਛਾ ਪੂਰੀ ਹੋ ਜਾਂਦੀ ਹੈ। ਤਜ ਮਾਨ ਮੋਹ ਵਿਕਾਰ ਦੂਜਾ, ਏਕ ਸਿਓ ਲਿਵ ਲਾਈਐ। ਕਹਿੰਦੇ ਹੰਕਾਰ ਛੱਡ ਦੇਣਾ ਹੈ, ਮਾਨ ਮੋਹ ਛੱਡ ਦੇਣਾ ਹੈ, ਸਭ ਕੁਝ ਛੱਡ ਕੇ ਇੱਕ ਪਰਮੇਸ਼ਰ ਦੇ ਨਾਲ ਲਿਵ ਲਾਈਏ, ਲਿਵ ਜੋੜ ਲਈਏ। ਅਰਪ ਮਨ ਤਨ ਪ੍ਰਭੂ ਆਗੇ, ਆਪ ਸਗਲ ਮਿਟਾਈਏ। ਕਹਿੰਦੇ ਮਨ ਤਨ ਸਭ ਪ੍ਰਭੂ ਦੇ ਅੱਗੇ ਅਰਪਣ ਕਰ ਦੇਣਾ ਹੈ, ਆਪਾ ਮਿਟਾ ਦੇਣਾ ਹੈ। ਆਪਾ ਕੀ ਹੈ? ਆਪਣੇ ਇਹ ਰੂਪ ਹੈ, ਇਹ ਰੂਪ ਸਾਡਾ ਖਤਮ ਹੋ ਜਾਂਦਾ, ਮਿਟ ਜਾਂਦਾ, ਪ੍ਰਕਾਸ਼ ਰੂਪ ਪ੍ਰਗਟ ਹੋ ਜਾਂਦਾ ਹੈ। ਕਿਉਂਕਿ ਇੰਨਾ ਹੀ ਜਦ ਤੱਕ ਇਹ ਰੂਪ ਹੈ ਪ੍ਰਭੂ ਨੂੰ ਨਹੀਂ ਪਾਉਂਦਾ। ਇਹ ਕੱਪੜਾ ਮਨ ਨੇ ਮਾਇਆ ਰੂਪੀ ਕੱਪੜਾ ਪਾਇਆ ਹੈ, ਇਹ ਕੱਪੜਾ ਉਤਰ ਜਾਂਦਾ ਹੈ, ਪ੍ਰਕਾਸ਼ ਰੂਪ ਮਨ ਪ੍ਰਗਟ ਹੋ ਜਾਂਦਾ ਹੈ, ਫਿਰ ਉਸ ਪ੍ਰਭੂ ਨੂੰ ਪਾਉਂਦੇ ਹਾਂ। ਇਹਨੂੰ ਕਹਿੰਦੇ ਆਪਾ ਮਿਟਾਉਣਾ, ਆਪਾ ਗਵਾਉਣਾ। ਬਿਨਵੰਤ ਨਾਨਕ ਧਾਰ ਕਿਰਪਾ, ਸੱਚ ਨਾਮ ਸਮਾਈਐ। ਫਿਰ ਆਪਾਂ ਜਦੋਂ ਬੇਨਤੀ ਕਰਦੇ ਉਸ ਪ੍ਰਭੂ ਦੇ ਚਰਨਾਂ ਦੇ ਵਿੱਚ, ਫਿਰ ਉਹ ਕਿਰਪਾ ਕਰਦਾ ਹੈ, ਫਿਰ ਮਨ ਜਾ ਕੇ ਸੱਚੇ ਨਾਮ ਦੇ ਵਿੱਚ ਸਮਾਉਂਦਾ ਹੈ, ਮਨ ਦੀ ਇੱਛਾ ਪੂਰੀ ਹੁੰਦੀ ਹੈ। ਅਗਲਾ ਫਿਰ ਸ਼ਲੋਕ। ਰੇ ਮਨ ਤਾਕੋ ਧਿਆਈਐ, ਸਭ ਬਿਦ ਜਾ ਕੈ ਹਾਥ। ਕਹਿੰਦੇ ਹੇ ਮਨ, ਉਸ ਨੂੰ ਧਿਆਈਏ ਜਿਸ ਦੇ ਹੱਥ ਵਿੱਚ ਸਾਰਾ ਕੁਛ ਹੈ, ਸਾਰਾ ਕੁਛ ਸੰਸਾਰ ਦਾ ਸਾਰਾ ਹੀ ਜੋ ਚਲਾਉਣਾ ਹੈ, ਜੋ ਬਿਦ ਹੈ, ਪਰਮੇਸ਼ਰ ਦੇ ਹੱਥ ਹੈ। ਇਸ ਕਰਕੇ ਪਰਮੇਸ਼ਰ ਨੂੰ ਧਿਆਈਏ, ਉਸ ਦੇ ਹੱਥ ਦੇ ਵਿੱਚ ਜੁਗਤ ਹੈ ਸਾਰੀ। ਰਾਮ ਨਾਮ ਧਨ ਸੰਚੀਐ, ਨਾਨਕ ਨਿਭੈ ਸਾਥ। ਤੇ ਇੱਥੇ ਫਿਰ ਉਸ ਪ੍ਰਭੂ ਤੋਂ ਸਾਨੂੰ ਰਾਮ ਨਾਮ ਧਨ ਪ੍ਰਾਪਤ ਹੋਏਗਾ, ਕਿਉਂਕਿ ਸਭ ਕੁਛ ਉਹਦੇ ਕੋਲ ਹੈ, ਸਭ ਦਾ ਮਾਲਕ ਹੈ ਉਹ। ਕਹਿੰਦੇ ਉਸ ਤੋਂ ਫਿਰ ਆਪਾਂ ਰਾਮ ਨਾਮ ਦਾ ਧਨ ਸੰਚਣਾ ਹੈ। ਇਹ ਰਾਮ ਨਾਮ ਦਾ ਜਿਹੜਾ ਧਨ ਹੈ ਸਾਡੇ ਨਾਲ ਨਿਭਦਾ ਹੈ, ਇਹ ਧਨ ਹੈ ਸੱਚਾ ਜਿਹੜਾ ਨਾਲ ਨਿਭਣਾ ਹੈ। ਨਾਨਕ ਨਿਭੈ ਸਾਥ। ਇਸ ਤੋਂ ਬਿਨਾਂ ਸਭ ਕੁਛ ਇੱਥੇ ਰਹਿ ਜਾਂਦਾ ਹੈ। ਵੀ ਸੁਖਨੀ ਸਾਹਿਬ ਚ ਆਪਾਂ ਪੜ੍ਹਦੇ ਹਾਂ, ਸਾਥ ਨਾ ਚਾਲੈ ਬਿਨ ਭਜਨ, ਵਿਖਿਆ ਸਗਲੀ ਛਾਰ, ਹਰ ਹਰ ਨਾਮ ਕਮਾਵਣਾ, ਨਾਨਕ ਏ ਧਨ ਸਾਰ। ਕਿਵੇਂ ਪ੍ਰਾਪਤ ਹੁੰਦਾ ਹੈ ਇਹ ਵੀ ਸੁਖਨੀ ਸਾਹਿਬ ਸਮਰੱਥ ਸਮਝਾਉਂਦੇ ਨੇ। ਸੰਤ ਜਨਾ ਮਿਲ ਕਰੋ ਵਿਚਾਰ, ਏਕ ਸਿਮਰ ਨਾਮ ਆਧਾਰ, ਅਵਰ ਉਪਾਵਸਾ ਮੀਤ ਵਿਸਾਰੋ, ਚਰਨ ਕਮਲ ਰਿਦ ਮੈਂ ਔਰ ਧਾਰੋ, ਕਰਨ ਕਾਨ ਸੋ ਪ੍ਰਭ ਸਮਰੱਥ, ਦ੍ਰਿੜ ਕਰ ਗਹੋ ਨਾਮ ਹਰ ਵਤ, ਏ ਤਨ ਸੰਚੋ ਹੋਵੋ ਭਗਵੰਤ, ਸੰਤ ਜਨਾ ਕਾ ਨਿਰਮਲ ਮੰਤ, ਏਕ ਆਸ ਰੱਖੋ ਮਨ ਮਾਹੇ, ਸਰਬ ਰੋਗ ਨਾਨਕ ਮਿਟ ਜਾਹੇ।
ਅੱਗੇ ਸੰਤ ਹੈ, ਸੰਤ ਦੇ ਵਿੱਚ ਫਿਰ ਇਸ ਸ਼ਲੋਕ ਦੀ ਵਿਆਖਿਆ ਹੁੰਦੀ ਹੈ। ਸਾਥੀ ਅੜਾ ਪ੍ਰਭ ਏਕ ਦੂਸਰ ਨਾ ਹੈ ਕੋਈ। ਵੀ ਸਾਡਾ ਜਿਹੜਾ ਸੱਚਾ ਸਾਥੀ ਹੈ ਇੱਕ ਪਰਮੇਸ਼ਰ ਹੀ ਹੈ, ਦੂਜਾ ਕੋਈ ਸਾਥੀ ਨਹੀਂ। ਦੂਜਾ ਸਾਥੀ ਸੰਸਾਰ ਤੱਕ ਹੈ, ਉਹ ਵੀ ਮਨ ਕਰਕੇ ਕੋਈ ਕਿਸੇ ਨੂੰ ਜਾਣਦਾ ਨਹੀਂ ਹੁੰਦਾ, ਸਿਰਫ ਤਨ ਕਰਕੇ ਸਾਥੀ ਹਾਂ। ਜਿਸ ਦਿਨ ਤਨ ਛੁੱਟਦਾ ਹੈ ਕਿਸੇ ਨੂੰ ਪਤਾ ਹੀ ਨਹੀਂ ਹੁੰਦਾ ਵੀ ਕੌਣ ਗਿਆ ਹੈ ਇਸ ਤਨ ਦੇ ਵਿੱਚੋਂ ਨਿਕਲ ਕੇ, ਕੌਣ ਗਿਆ ਹੈ, ਕਿੱਥੇ ਗਿਆ ਹੈ। ਤੇ ਉੱਥੇ ਸਾਡਾ ਸਾਥ ਕੌਣ ਨਿਭਾਉਂਦਾ ਹੈ? ਪ੍ਰਭੂ ਨਾਮ। ਜਿੱਥੇ ਸਭ ਛੱਡ ਜਾਂਦੇ ਨੇ, ਸੰਗ ਸਖਾ ਸਭ ਤਜ ਗਇਓ, ਕੋ ਨ ਨਿਭਿਓ ਸਾਥ, ਕੋ ਨਾਨਕ ਕਿਸ ਇਹ ਬਿਪਤ ਮੈਂ ਟੇਕ ਏਕ ਰਘੁਨਾਥ। ਜੈ ਮਾਤ ਪਿਤਾ ਸੁਤ ਮੀਤ ਨ ਪਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਸਾਥੀ ਜਿਹੜਾ ਪ੍ਰਭ ਏਕ ਦੂਸਰ ਨਾ ਹੈ ਕੋਏ, ਦੂਜਾ ਨਹੀਂ ਕੋਈ ਹੈ। ਥਾਨ ਥਨੰਤਰ ਆਪ ਜਲ ਥਲ ਪੂਰ ਸੋਏ। ਤੇ ਪ੍ਰਭੂ ਜਿਹੜਾ ਸਾਡਾ ਸਾਥੀ ਹੈ ਕਿੱਥੇ ਹੈ? ਜਲ ਵਿੱਚ ਵੀ, ਥਲ ਵਿੱਚ, ਮਈਲ ਵਿੱਚ, ਹਰ ਥਾਂ ਪੂਰਨ ਹੈ। ਥਾਨ ਥਨੰਤਰ ਤੇ ਹੈ, ਕਿਤੇ ਐਸੀ ਜਗ੍ਹਾ ਹੀ ਨਹੀਂ ਜਿੱਥੇ ਨਹੀਂ ਹੈ। ਇਸ ਕਰਕੇ ਉਹਦਾ ਸਾਥ ਹੋਏਗਾ, ਜਿੱਥੇ ਹੋਵਾਂਗੇ ਉੱਥੇ ਸਾਡੇ ਨਾਲ ਨਿਭੇਗਾ। ਹੋਰ ਕਿਸੇ ਚੀਜ਼ ਦੀ ਆਸ ਰੱਖਾਂਗੇ, ਹੋ ਸਕਦਾ ਉਸ ਸਮੇਂ ਸਾਡੇ ਕੋਲ ਨਾ ਹੋਵੇ ਜਦੋਂ ਸਾਨੂੰ ਸੰਸਾਰ ਚੋਂ ਜਾਣਾ ਪੈ ਜਾਵੇ। ਜੇਕਰ ਪਰਮੇਸ਼ਰ ਮਨ 'ਚ ਵਸਿਆ ਹੈ ਫਿਰ ਜੀਵਨ ਸਫਲ ਹੁੰਦਾ ਹੈ, ਕਿਉਂਕਿ ਜਾਣਾ ਸਭ ਨੇ ਹੈ। ਜਲ ਥਲ ਮਹੀਲ ਪੂਰ ਰਿਹਾ, ਸਰਬ ਦਾਤਾ ਪ੍ਰਭ ਧਨੀ। ਕਹਿੰਦੇ ਪਰਮੇਸ਼ਰ ਸਭ ਦਾਤਾ, ਜਿਹੜਾ ਸਾਰੇ ਸੰਸਾਰ ਨੂੰ ਦਾਤਾਂ ਦੇਣ ਵਾਲਾ ਹੈ, ਉਹ ਜਲ ਵਿੱਚ ਵੀ ਹੈ, ਥਲ ਵਿੱਚ ਵੀ ਹੈ, ਮਹੀਲ ਵਿੱਚ ਵੀ, ਕਿਉਂਕਿ ਉਹ ਤਾਂ ਪ੍ਰਕਾਸ਼ ਰੂਪ ਹੈ। ਗੋਪਾਲ ਗੋਬਿੰਦ ਅੰਤ ਨਾਹੀਂ, ਬੇਅੰਤ ਗੁਣ ਤਾਕੇ ਕਿਆ ਗਣੀ। ਕਹਿੰਦੇ ਉਹ ਗੋਪਾਲ ਹੈ, ਸੰਸਾਰ ਨੂੰ ਪਾਲਣਹਾਰਾ ਹੈ, ਸੰਸਾਰ ਨੂੰ ਪੈਦਾ ਕਰਨ ਵਾਲਾ ਹੈ। ਉਹਦਾ ਕੋਈ ਅੰਤ ਨਹੀਂ ਹੈ, ਉਸਦੇ ਗੁਣ ਬੇਅੰਤ ਨੇ। ਇਸ ਕਰਕੇ ਅਸੀਂ ਉਹਨਾਂ ਦੇ ਗੁਣਾਂ ਦੇ ਬਾਰੇ ਬਹੁਤਾ ਨਹੀਂ ਕਹਿ ਸਕਦੇ, ਕਿਉਂਕਿ ਅਸੀਂ ਤਾਂ ਇੱਕ ਗੁਣ ਹੀ ਮਨ ਦੇ ਵਿੱਚ ਵਸਾ ਲਈਏ, ਇੰਨੇ ਨਾਲ ਸਾਡਾ ਪਾਰ ਉਤਾਰਾ ਹੋ ਜਾਂਦਾ ਹੈ। ਪਰ ਪ੍ਰਭੂ ਦੇ ਗੁਣਾਂ ਦੇ ਜੇ ਆਪਾਂ ਵਰਣਨ ਕਰੀਏ ਨਹੀਂ ਕੀਤਾ ਜਾ ਸਕਦਾ। ਭਜ ਸਰਨ ਸੁਆਮੀ ਸੁਖ ਹੈ ਗਾਮੀ, ਤਿਸ ਬਿਨਾ ਆਨ ਨਾ ਹੈ ਕੋਏ। ਕਹਿੰਦੇ ਐਸੇ ਪ੍ਰਭੂ ਨੂੰ ਭਜਣਾ ਹੈ ਜੋ ਸੁੱਖਾਂ ਦਾ ਦਾਤਾ ਹੈ। ਪਰ ਕਿਵੇਂ ਜਾਣਾ ਹੈ? ਉਹਦੀ ਸ਼ਰਨ ਦੇ ਵਿੱਚ ਜਾ ਕੇ ਭਜਣਾ ਹੈ। ਤ੍ਰੈ ਗੁਣਾਂ ਦੇ ਵਿੱਚ ਨਹੀਂ, ਚੌਥੇ ਪਦ ਦੇ ਵਿੱਚ ਇੱਕ ਦ੍ਰਿਸ਼ਟ ਹੋ ਕੇ ਸਹਿਜ ਗੁਫਾ ਦੇ ਵਿੱਚ ਜਾ ਕੇ ਉਸ ਪ੍ਰਭੂ ਦੀ ਸ਼ਰਨ 'ਚ ਜਾ ਕੇ ਉਸ ਦੀ ਭਜਨ ਬੰਦਗੀ ਕਰਨੀ ਹੈ। ਜਦੋਂ ਉੱਥੇ ਜਾ ਕੇ ਜਾਣ ਲਵਾਂਗੇ ਫਿਰ ਸਾਰੇ ਉਹੀ ਪ੍ਰਗਟ ਹੋ ਜਾਂਦਾ ਹੈ। ਫਿਰ ਸਾਨੂੰ ਉਸ ਤੋਂ ਬਿਨਾਂ ਦੂਜਾ ਕੋਈ ਨਹੀਂ ਹੈ। ਸਾਰੇ ਉਸੇ ਦਾ ਰੂਪ ਨੇ, ਸਾਰਿਆਂ 'ਚ ਅਵਸਥਾ ਹੈ। ਬਿਨਵੰਤ ਨਾਨਕ ਦਇਆ ਧਾਰੋ, ਤਿਸ ਪ੍ਰਾਪਤ ਨਾਮ ਹੋਏ। ਤੇ ਸਤਿਗੁਰ ਸਮਝਾਉਂਦੇ ਨੇ ਵੀ ਜਦੋਂ ਫਿਰ ਪ੍ਰਭੂ ਕਿਰਪਾ ਕਰਦਾ ਹੈ, ਜਿਨ੍ਹਾਂ ਤੇ ਦਇਆ ਧਾਰਦਾ ਹੈ, ਉਹਨਾਂ ਨੂੰ ਫਿਰ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ। ਕਿਉਂਕਿ ਨਾਮ ਕੋਈ ਬੰਦਾ ਨਹੀਂ ਦੇ ਸਕਦਾ, ਕਿਸੇ ਦੇ ਵੱਸ ਨਹੀਂ ਹੈ, ਸਿਰਫ ਪਰਮੇਸ਼ਰ ਦੇ ਕੋਲ ਹੀ ਇਹ ਦਾਤ ਹੈ। ਉਹ ਜੋ ਉਸ ਨੂੰ ਪਾਉਂਦਾ ਹੈ ਉਸ ਨੂੰ ਉਹ ਦਿੰਦਾ ਹੈ। ਉਹਦੇ ਹੱਥ ਦਾਤ ਹੈ। ਦਾਤ ਤੇ ਦਾਤ ਰੱਖੀ ਹੱਥ ਆਪਣੇ, ਜਿਸ ਪਾਵੈ ਤਿਸ ਦੇਈ। ਏਦਾਂ ਦਇਆ ਕਰਦਾ ਹੈ, ਕਿਰਪਾ ਕਰਦਾ ਹੈ, ਫਿਰ ਦਾਤ ਬਖਸ਼ਿਸ਼ ਕਰਦਾ ਹੈ। ਆਓ ਅੱਗੇ ਫਿਰ ਸ਼ਲੋਕ, ਚੌਥਾ ਸ਼ਲੋਕ ਹੈ। ਚਿੱਤ ਜੇ ਚਿਤ ਵਿਆ ਸੋ ਮੈਂ ਪਾਇਆ, ਨਾਨਕ ਨਾਮ ਧਿਆਏ ਸੁਖ ਸਬਾਇਆ। ਹੁਣ ਜਦੋਂ ਗਿਆਨ ਹੋਇਆ ਸਾਰਾ ਹੀ ਕਿ ਕਿਵੇਂ ਪ੍ਰਭੂ ਨੂੰ ਮਿਲਣਾ ਹੈ, ਉਹ ਕਥਾ ਹੈ, ਉਹਦੀ ਸ਼ਰਨ 'ਚ ਜਾਣਾ ਹੈ। ਉਹ ਆਪਣੀ ਮੱਤ ਨਾਲ ਨਹੀਂ ਪਾਇਆ ਜਾਂਦਾ, ਉਹਦੇ ਚਰਨਾਂ 'ਚ ਬੇਨਤੀ ਹੀ ਕਰਨੀ ਹੈ। ਤੇ ਏਦਾਂ ਫਿਰ ਜਦੋਂ ਸਾਨੂੰ ਇਹ ਸੋਝੀ ਆ ਜਾਂਦੀ ਹੈ ਕਿ ਹੇ ਪ੍ਰਭੂ ਤੇਰੀ ਸ਼ਰਨ 'ਚ ਆਏ ਹਾਂ, ਜਿਵੇਂ ਵੀ ਚਾਹ ਤੂੰ ਰੱਖ, ਫਿਰ ਉਹ ਦਇਆ ਕਰ ਦਿੰਦਾ ਹੈ, ਫਿਰ ਪ੍ਰਾਪਤ ਹੋ ਜਾਂਦਾ ਹੈ। ਚਿੱਤ ਜੇ ਚਿਤ ਵਿਆ ਸੋ ਮੈਂ ਪਾਇਆ।
जे चित्त दे विच चितव्या है वो प्राप्त हो जाता है। नानक नाम ते आए सुख सवाया। तो समझाते हैं कि नाम त्याग के सारे ही सुखां की प्राप्ति हो जाती है। इस करके चित्त दे विच की चितवना है प्रभु दे नाम नूं। चित चितवूं चरनार बिंद ऊद कवल बिग सांत, प्रगट पए आपे गोबिंद नानक संत मतांत। संतां तो बचन लेके फिर जे असीं चित्त दे विच उस प्रभु नूं चितवदे हां आपे प्रगट हो जाता है। पर वो बचन आपां नूं लैके फिर चितवना हुंदा है। अगे शंत है, शंत दे विच समझाउंदे ने अब मन छूट गया साधु संग मिले। कहते साधु जनां दी संगत च गए। क्यों गए? क्योंकि साधु जन उस प्रभु की शरण दे विच ने। वो सानू उस प्रभु का भेद देंदे ने कि किवें आपां इस माया तो मन नूं आजाद करवाना है, किवें छुटना, 9 दरां तो किवें छुट के 10वें दे विच किवें प्रवेश करना है। वो साधु जन फिर सानू ये भेद देंदे ने, भुल्ले मार्ग का ज्ञान देंदे हन। ते कहंदे जदों साधु दा संग मिलिया अब मन छूट गया साधु संग मिले। गुरमुख नाम लिया ज्योति जोत रले। हुण उत्थों गुर जिहड़ा है मुख ते गुर दा ज्ञान ये प्राप्त कीता। कहंदे किन्हां तो जिहड़े एकमिक होए ने, ज्योति जोत रले, जिन्हां दी अपनी जोत परमेश्वर जोत च रली है, उन्हां तो गुर दा ज्ञान लैके जोत जोत च मिलाउणी हुंदी। क्योंकि भगती ही जोत दे विच जोत नूं मिलाउणा है। अंदर अंतर पूजा थान मुरारा ज्योति जोत मिलावन हरा। हर नाम सिमरत मिटे किल बिख बुझी तपत आगाने। कहंदे हरि दे नाम दे जपन दे नाल, सिमर करन दे नाल किल बिख पापां दी मैल मुख ते लगी सी, जिस करके स्थूल सी खत्म हो गई, मिट गई। ते मन नूं जिहड़ी तपत लगी सी, तृष्णा लगी सी, वो बुझ गई ते तृप्त हो गया मन। क्योंकि जदों प्रकाश हो गया, मन नूं ज्ञान होया, प्रभु नाल मिलाप होया, तो उसकी तृष्णा बुझ जाती है। गह पूजा लीने दया कीने अपने कर्मां ने। कहंदे आप प्रभु ने ऐसी कृपा की संगत, क्योंकि संगत आ वसदा है। कहंदे आप पूजा दे के, आप बांह दे के सानू साडे ते दया करके आप अपना बना लिया। गै पूजा लीने दया कीने अपने कर्मां ने। कहंदे अपने बना लिया, सानू अपने करके बना लिया, सानू अपना ज्ञान करवा दिता। लै अंक लाए हर मिलाए जन्म मरना दुख जले। कहंदे आप प्रभु ने सानू लैके अपने अंग संग कर लिया, अंग नाल ला लिया, अपने आप सानू मिला लिया। आप लै अंक लाए हर मिलाए जन्म मरना दुख जले। कहंदे जन्म मरण दा जिहड़ा दुख सी, जिहदा डर सी पहला सरदे सी, वो सारा खत्म हो गया। मन आनंद विच आ गया। बिनवंत नानक दया धारी मेल लीने एक भले। कहंदे ऐसी प्रभु ने दया कीती, कृपा कीती, एक पल दे विच ही सानू मेल लिया। जदों साधु जनां दा संग कीता, ज्ञान लेके जिन्हां जीवां नूं फिर विश्वास आ जांदा है। क्योंकि खिन मात्र दा खेल है। प्रभु मिलाप दा जिहड़ा कोई वड्डा नहीं है, बस फर्क की है? विश्वास ते अपनी मत नूं छड्डना। मत नूं छड्डना जिहड़ा है बड़ा औखा है। मन की मत त्यागो हर जन, यह बात कठैनी। अपनी मत ही साडे रस्ते दे विच रुकावट बनदी। प्रभु मिलाप दे रस्ते विच रुकावट है जिहड़ी साडी अपनी मत है। जिन्हां ते फिर प्रभु दया करदा है, जिहड़े अपनी मत छड्ड के जांदे ने कि असीं तेरी शरण च आए हाँ, असीं चंगे भी नहीं है, जिवें तैनूं पाउंदा उवें रख, पर सानू कढ ला इस भवसागर चों। ऐसे जीवां नूं फिर परमेश्वर दया करदा है,
ਕੱਢ ਲੈਂਦਾ ਹੈ, ਸੰਗਤ ਵੀ ਆਪ ਮਿਲਾਉਂਦਾ ਹੈ, ਸਾਧੂ ਜਨਾਂ ਦਾ ਸੰਗ ਵੀ ਆਪ ਕਰਵਾ ਦਿੰਦਾ ਹੈ, ਗਿਆਨ ਵੀ ਆਪ ਦਿੰਦਾ ਅਤੇ ਮਨਾ ਵੀ ਆਪ ਲੈਂਦਾ ਹੈ। ਗਿਆਨ ਲੈਣਾ ਅਤੇ ਗਿਆਨ ਨੂੰ ਮੰਨਣਾ। ਮੰਨਦਾ ਕੌਣ ਹੈ? ਜਿਨ ਗੁਰਸਿੱਖਾਂ ਕੋ ਹਰ ਸੰਤੁਸ਼ਟ ਹੈ, ਤਿਨ ਸਤਿਗੁਰ ਕੀ ਗੱਲ ਮੰਨੀ। ਸਤਿਗੁਰ ਸਮਝਾਉਂਦੇ ਨੇ, ਕਹਿੰਦੇ ਸੇ ਗੁਰ ਸਿੱਖ ਧਨ ਧਨ ਕਹੀਐ, ਜਿਨ੍ਹਾਂ ਗੁਰ ਉਪਦੇਸ਼ ਸੁਣਿਆ ਹਰ ਕਨੀ। ਕਹਿੰਦੇ ਉਹਨਾਂ ਗੁਰਸਿੱਖਾਂ ਨੂੰ ਧੰਨ ਧੰਨ ਕਹਿੰਦੇ ਹਾਂ ਜਿਨ੍ਹਾਂ ਨੇ ਗੁਰ ਦਾ ਜਿਹੜਾ ਉਪਦੇਸ਼ ਹਰੀ ਨੇ ਦਿੱਤਾ ਉਸਨੂੰ ਕੰਨਾਂ ਦੇ ਨਾਲ ਸੁਣਿਆ। ਗੁਰ ਸਤਿਗੁਰ ਨਾਮ ਦੜਾਇਆ ਤਿਨ ਹਉਮੈ ਦੁਬਦਾ। ਕਹਿੰਦੇ ਉਹ ਕੀ ਕਰਦਾ? ਸਾਨੂੰ ਨਾਮ ਦ੍ਰਿੜ ਕਰਵਾਉਂਦਾ ਹੈ। ਹਉਮੈ ਸੀ ਜਿਹੜੀ ਖਤਮ ਹੋ ਜਾਂਦੀ, ਦੁਬਦਾ ਭੰਨ ਦਿੱਤੀ। ਬਿਨ ਹਰ ਨਾਵੈ ਕੋ ਮਿੱਤਰ ਨਾਹੀ, ਵਿਚਾਰ ਡਿਠਾ ਹਰ ਜਨੀ। ਕਹਿੰਦੇ ਹਰੀ ਦੇ ਜਨਾਂ ਨੇ ਵਿਚਾਰ ਕੇ ਦੇਖਿਆ ਕਿ ਹਰੀ ਦੇ ਨਾਮ ਤੋਂ ਬਿਨਾਂ ਸਾਡਾ ਹੋਰ ਕੋਈ ਮਿੱਤਰ ਨਹੀਂ ਹੈ। ਉਹ ਇੱਕ ਮਿੱਤਰ ਹੈ ਜਿਹੜਾ ਸਾਡਾ ਲੋਕ ਤੇ ਪਰਲੋਕ ਸੰਗੀ ਰਹਿੰਦਾ ਹੈ, ਸਾਥ ਦਿੰਦਾ ਹੈ। ਜਿਨ ਗੁਰ ਸਿੱਖਾਂ ਕੋ ਹਰ ਸੰਤੁਸ਼ਟ ਹੈ, ਤਿਨ ਸਤਿਗੁਰ ਕੀ ਗੱਲ ਮੰਨੀ। ਪਰ ਕਹਿੰਦੇ ਗੱਲ ਮੰਨੀ ਕਿਨੇ? ਜਿਨ੍ਹਾਂ ਤੇ ਪ੍ਰਭੂ ਖੁਸ਼ ਹੁੰਦਾ, ਸੰਤੁਸ਼ਟ ਹੁੰਦਾ ਵੀ ਹਾਂ ਇਹਨਾਂ ਨੂੰ ਮਨਾਉਣਾ ਹੈ, ਉਹ ਫਿਰ ਉਹਦੀ ਗੱਲ ਨੂੰ ਮੰਨ ਲੈਂਦੇ, ਜੋ ਸਤਿਗੁਰ ਦੇ ਬਚਨ ਨੂੰ ਮੰਨ ਲੈਂਦੇ ਹਨ। ਜਿਨ ਗੁਰਮੁਖ ਨਾਮ ਤੇ ਆਇਆ, ਤਿਨ ਚੜੇ ਚੁਬੱਗਣ ਬਨੀ। ਫਿਰ ਜਿਨ੍ਹਾਂ ਮਨ ਲਈ ਨਾਮ ਪ੍ਰਗਟ ਹੋ ਜਾਂਦਾ ਤੇ ਆਉਂਦੇ ਨੇ, ਫਿਰ ਉਹਨਾਂ ਦਾ ਮਨ ਆਨੰਦ ਦੇ ਵਿੱਚ, ਉਹਨਾਂ ਦੇ ਵਾਸਤੇ ਸਦਾ ਪ੍ਰਕਾਸ਼ ਰਹਿੰਦਾ ਹੈ। ਸੋ ਇਸ ਕਰਕੇ ਸਾਨੂੰ ਇਹ ਸਮਝਾਇਆ ਹੈ ਸਤਿਗੁਰਾਂ ਨੇ ਕਿ ਇੱਕ ਛਿਣ ਦਾ ਖੇਲ ਹੈ ਮੁਕਤੀ ਦਾ, ਪਰ ਆਪਣੀ ਮਤ ਛੱਡ ਕੇ। ਤਜ ਅਭਿਮਾਨ ਸਰਨ ਸੰਤਨ ਗਹੋ, ਮੁਕਤ ਹੋਏ ਛਿਨ ਮਾਹੀ। ਸੋ ਪਿਆਰਿਓ, ਕਰਨਾ ਕੀ ਹੈ? ਆਪਾਂ ਬੜਾ ਸੌਖਾ ਮਾਰਗ ਹੈ, ਕਿਉਂਕਿ ਪਹਿਲਾਂ ਆਪ ਸੁਣ ਕੇ ਮੰਨ ਕੇ ਆਪ ਕਰਾਂਗੇ, ਆਪਣਾ ਮੁਖ ਉਜਲ ਹੋਏਗਾ, ਆਪਾਂ ਮੁਕਤ ਹੋਵਾਂਗੇ, ਫਿਰ ਅਸੀਂ ਦੂਜਿਆਂ ਨੂੰ ਦੱਸਾਂਗੇ। ਏਦਾਂ ਆਪਾਂ ਖੁਦ ਹੀ ਨਹੀਂ ਮੁਕਤ ਹੋਣਾ, ਆਪਣੀਆਂ ਪਿਤਰੀਆਂ ਦਾ ਉਧਾਰ ਕਰਨਾ ਹੈ, ਆਪਣੇ ਮਿੱਤਰ ਸੰਗੀਆਂ ਦਾ ਉਧਾਰ ਕਰਨਾ ਹੈ। ਇਹ ਸਾਰਾ ਤਾਂ ਹੀ ਹੁੰਦਾ ਹੈ ਜੇ ਆਪਾਂ ਸਾਧੂ ਜਨਾਂ ਦਾ ਸੰਗ ਕਰਕੇ ਉਹ ਧਨ ਪ੍ਰਾਪਤ ਕਰ ਲੈਂਦੇ ਹਾਂ, ਜਿਹਦੇ ਨਾਲ ਫਿਰ ਸਾਡਾ ਆਪਣਾ ਉਧਾਰ ਹੁੰਦਾ, ਆਪਣੇ ਮਿੱਤਰ ਸੰਗੀਆਂ ਦਾ ਉਧਾਰ ਹੁੰਦਾ ਹੈ। ਜਿਹਨੂੰ ਮਹਾਰਾਜ ਸਮਝਾਉਂਦੇ ਨੇ, ਸਾਧੂ ਕੈ ਸੰਗ ਸੋ ਧਨ ਪਾਵੈ, ਜਿਸ ਧਨ ਤੇ ਸਭ ਕੋ ਬਰਸਾਵੈ। ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧ ਕੈ ਸੰਗ ਸੋਭਾ ਸੁਰ ਦੇਵਾ। ਸਾਧੂ ਕੈ ਸੰਗ ਪਾਪ ਲੈ, ਸਾਧ ਸੰਗ ਅੰਮ੍ਰਿਤ ਗੁਣ ਗਾਇਨ। ਸਾਧ ਕੇ ਸੰਗ ਸਰਬ ਥਾਨ ਗਮ, ਸਾਧ ਕੇ ਸੰਗ ਨਾਨਕ, ਸਾਧ ਕੇ ਸੰਗ ਸਫਲ ਜਨਮ। ਸੋ ਇਸ ਕਰਕੇ ਆਪਾਂ ਹੁਣ ਜੋ ਕਰਨਾ ਹੈ ਉਹ ਹੈ ਕਿ ਆਪਾਂ ਧਿਆਉਣਾ ਕਿਵੇਂ ਹੈ, ਉਹ ਗਿਆਨ ਆਪਾਂ ਲੈਣਾ ਹੈ। ਆਪਣੀ ਜਿਹੜੀ ਮਨ ਹੈ, ਸਾਨੂੰ ਦੱਸ ਦਿੱਤਾ ਕਿ ਸਾਡੇ ਨੇਤਰਾਂ ਦੇ ਵਿੱਚ ਹੈ, ਕਿਉਂਕਿ ਨੇਤਰਾਂ 'ਚੋਂ ਧਿਆਨ ਸਾਡਾ ਚੱਲਦਾ ਹੈ। ਨੇਤਰ ਦੋ ਹੋ ਗਏ ਨੇ, ਦੋ ਨੇਤਰਾਂ ਦੇ ਵਿੱਚ ਮਨ ਦੋ ਜੋਤਾਂ ਹੋ ਗਿਆ ਹੈ, ਕਿਉਂਕਿ ਦੋ ਨੇਤਰ ਨੇ, ਦੋਨਾਂ ਨੇਤਰਾਂ 'ਚ ਜੋਤ ਹੈ। ਤੇ ਮਨ ਦੋ ਚਿੱਤੀ ਦੇ ਵਿੱਚ ਆ ਜਾਂਦਾ, ਦੁਬਦਾ ਕਹਿ ਦਿੱਤਾ, ਹਉਮੈ ਕਹਿ ਦਿੱਤਾ ਹੈ। ਇਸ ਨੂੰ ਆਪਾਂ ਇੱਕ ਦ੍ਰਿਸ਼ਟ ਕਰਨਾ ਹੁੰਦਾ ਹੈ। ਇੱਕ ਦ੍ਰਿਸ਼ਟ ਹੋਣ ਦੇ ਨਾਲ ਇਹਦੀ ਹਉਮੈ ਖਤਮ ਹੁੰਦੀ, ਦੁਬਦਾ ਖਤਮ ਹੁੰਦੀ ਹੈ। ਨਾਮ ਨੂੰ ਧਿਆ ਕੇ ਮੁਖ ਉਜਲ ਹੁੰਦਾ ਹੈ। ਸੋ ਇਸ ਦੇ ਵਾਸਤੇ ਆਪਾਂ ਕੀ ਕਰਨਾ ਹੈ? ਆਪਾਂ ਉਹ ਭੇਤ ਲੈਣਾ ਹੈ, ਜਿਹੜਾ ਦ੍ਰਿਸ਼ਟੀ ਹੈ ਸਾਡੀ, ਇਸ ਦ੍ਰਿਸ਼ਟੀ ਨੂੰ ਆਪਾਂ ਇਸ ਪੁਆਇੰਟ ਤੇ ਸਮ ਕਰਨਾ ਹੈ। ਆਪਣੀ ਦ੍ਰਿਸ਼ਟੀ ਦੋਨਾਂ ਨੇਤਰਾਂ ਨੂੰ ਇਸ ਪੁਆਇੰਟ ਤੇ ਸਮ ਕਰਕੇ ਆਪਾਂ ਆਪਣੇ ਆਪ ਨੂੰ ਦੇਖਣਾ ਹੁੰਦਾ ਹੈ ਪਹਿਲਾਂ ਕਿ ਸਾਡੇ ਮਨ ਦੀ ਕੀ ਅਵਸਥਾ ਹੈ। ਅਸੀਂ ਇੱਕ ਦ੍ਰਿਸ਼ਟ ਹਾਂ ਕਿ ਦੋ ਦ੍ਰਿਸ਼ਟੀ 'ਚ ਹਾਂ। ਆਪਣੀ ਦ੍ਰਿਸ਼ਟੀ ਇਸ ਪੁਆਇੰਟ ਤੇ ਸਮ ਕਰਨ ਦੇ ਨਾਲ ਸਾਨੂੰ ਭੇਤ ਆਏਗਾ। ਜੇਕਰ ਨੱਕ ਦਿਸਦਾ ਹੈ, ਦੋ ਦ੍ਰਿਸ਼ਟੀ 'ਚ ਹਾਂ, ਜੇ ਨੱਕ ਨਹੀਂ ਦਿਸਦਾ,
ਇੱਕ ਦ੍ਰਿਸ਼ਟ ਹਾਂ। ਜੇ ਦਿਸਦਾ ਹੈ ਕਿਸ ਪਾਸੇ ਤੋਂ ਦਿਸਦਾ ਹੈ, ਕਿਉਂਕਿ ਜਿਸ ਪਾਸੇ ਸਾਡਾ ਧਿਆਨ ਜ਼ਿਆਦਾ ਵਿਚਰਦਾ ਹੋਏਗਾ ਉਸ ਪਾਸੇ ਤੋਂ ਸਾਨੂੰ ਆਪਣਾ ਨੱਕ ਦਿਸੇਗਾ। ਜੇ ਧਿਆਨ ਜ਼ਿਆਦਾ ਸੱਜੇ ਹੋਏਗਾ ਸੱਜੇ ਪਾਸਿਓਂ ਦਿਸੇਗਾ, ਜੇ ਧਿਆਨ ਜ਼ਿਆਦਾ ਖੱਬੇ ਹੋਏਗਾ ਖੱਬੇ ਪਾਸਿਓਂ ਦਿਸੇਗਾ, ਜੇ ਧਿਆਨ ਵਿਚਾਲੇ ਹੋਏਗਾ ਦੋਨੋਂ ਪਾਸਿਓਂ ਦਿਸੇਗਾ। ਜੇ ਇੱਕ ਦ੍ਰਿਸ਼ਟ ਹੋਵਾਂਗੇ ਨੱਕ ਨਹੀਂ ਦਿਸਦਾ। ਤੇ ਜਦੋਂ ਆਪਾਂ ਫਿਰ ਧਿਆਵਾਂਗੇ ਇੱਕ ਦ੍ਰਿਸ਼ਟ ਹੋ ਕੇ ਨਾਮ ਧਿਆਵਾਂਗੇ, ਫਿਰ ਇਹ ਮੁਖ ਉਜਲ ਦਿਸਦਾ ਹੈ, ਸਾਨੂੰ ਪ੍ਰਕਾਸ਼ ਹੋ ਜਾਂਦਾ ਹੈ। ਆਪੇ ਦੀ ਪਹਿਚਾਣ ਕੇ ਪ੍ਰਭੂ ਦੀ ਪਹਿਚਾਣ ਹੁੰਦੀ ਹੈ। ਸੋ ਆਪਾਂ ਕੀ ਕਰਨਾ ਹੈ, ਆਪਾਂ ਹੁਣ ਕੀ ਕਰਾਂਗੇ, ਮੇਰੇ ਵੱਲ ਦੇਖ ਲਵੋ ਪਹਿਲਾਂ, ਫਿਰ ਆਪਾਂ ਕਰਾਂਗੇ। ਜੇਕਰ ਕੋਈ ਨਵਾਂ ਜੀਵ ਹੈ, ਕਿਉਂਕਿ ਬਾਰ-ਬਾਰ ਆਪਾਂ ਨੂੰ ਕਿਉਂ ਕਰਨਾ ਪੈਂਦਾ ਹੈ, ਸਮਝਾਉਣਾ ਪੈਂਦਾ ਹੈ ਕਿ ਹੋ ਸਕਦਾ ਕੋਈ ਨਵਾਂ ਜੀਵ ਹੋਵੇ ਜਿਹਨੇ ਪਹਿਲੀ ਵਾਰ ਇਹ ਸੁਣਿਆ ਹੋਵੇ, ਪਹਿਲੀ ਵਾਰ ਕਰਨਾ ਹੋਵੇ। ਨਹੀਂ, ਆਪਾਂ ਰੋਜ਼ ਕਰਨ ਵਾਲੇ ਹਾਂ। ਇਸ ਕਰਕੇ ਜੇ ਕੋਈ ਨਵਾਂ ਜੀਵ ਉਸਨੇ ਸਮਝਣਾ ਹੈ, ਪਹਿਲਾਂ ਆਪਣੀ ਦ੍ਰਿਸ਼ਟੀ ਨੂੰ ਇਸ ਪੁਆਇੰਟ ਤੇ ਆਪਾਂ ਸਮ ਕਰਨਾ ਹੈ, ਇੱਥੇ ਟਿਕਾਉਣਾ ਹੈ ਧਿਆਨ ਨੂੰ, ਤੇ ਦੇਖਣਾ ਹੈ ਕਿ ਨੱਕ ਦਿਸਦਾ ਹੈ ਜਾਂ ਨਹੀਂ ਦਿਸਦਾ। ਜੇ ਦਿਸਦਾ ਕਿਸ ਪਾਸੇ ਤੋਂ ਦਿਸਦਾ ਹੈ, ਸੱਜੇ ਖੱਬੇ ਜਾਂ ਦੋਨੋਂ ਪਾਸਿਓਂ, ਇਹਨਾਂ ਆਪਾਂ ਦੇਖਾਂਗੇ। ਇਸ ਕਰਕੇ ਦੇਖਾਂਗੇ ਕਿਉਂਕਿ ਸਾਨੂੰ ਪਤਾ ਲੱਗੇਗਾ, ਫਿਰ ਆਪਾਂ ਧਿਆਨ ਲਾਵਾਂਗੇ ਉਸ ਤੋਂ ਬਾਅਦ ਕਿ ਸਾਡੀ ਦ੍ਰਿਸ਼ਟੀ ਦੇ ਵਿੱਚ, ਧਿਆਨ ਦੇ ਵਿੱਚ ਕੋਈ ਬਦਲਾਅ ਆਇਆ, ਤਾਂ ਹੀ ਸਾਨੂੰ ਪਤਾ ਲੱਗੇਗਾ ਜੇ ਆਪਾਂ ਪਹਿਲਾਂ ਸਵਾਰ ਕੇ ਆਪਣੀ ਅਵਸਥਾ ਨੂੰ ਦੇਖਿਆ ਹੋਏਗਾ। ਸੋ ਇੱਥੇ ਫਿਰ ਆਪਾਂ ਜਦੋਂ ਦੇਖਾਂਗੇ, ਇੱਥੋਂ ਫਿਰ ਮੈਂ ਆਪ ਜੀ ਨੂੰ ਆਵਾਜ਼ ਦੇਵਾਂਗਾ ਕਿ ਧਿਆਨ ਸਾਹਮਣੇ ਲੈ ਕੇ ਆਓ। ਇੱਥੋਂ ਆਪਾਂ ਸਾਹਮਣੇ ਦੇਖਾਂਗੇ। ਇੱਥੋਂ ਫਿਰ ਮੈਂ ਆਪ ਜੀ ਨੂੰ ਆਵਾਜ਼ ਦੇਵਾਂਗਾ ਕਿ ਧਿਆਨ ਮਸਤਕ ਦੇ ਸਾਹਮਣੇ ਲੈ ਜਾਓ। ਆਪਾਂ ਪਲਕਾਂ ਉੱਤੇ ਚੁੱਕ ਦਾਂਗੇ। ਇੱਥੋਂ ਫਿਰ ਮੈਂ ਜਦੋਂ ਕਹਾਂਗਾ ਸਾਹਮਣੇ ਧਿਆਨ ਲੈ ਆਓ, ਫਿਰ ਸਾਹਮਣੇ ਦੇਖਾਂਗੇ। ਫਿਰ ਜਦੋਂ ਕਹਾਂਗਾ ਨੱਕ ਤੇ ਸਮ ਕਰਕੇ ਦੇਖੋ, ਫਿਰ ਇਸ ਪੁਆਇੰਟ ਤੇ ਸਮ ਕਰਕੇ ਦੇਖਾਂਗੇ। ਇਹ ਦੇਖਾਂਗੇ ਕੋਈ ਨਵਾਂ ਜੀਵ ਕਿਸੇ ਨੱਕ ਦਿਸਦਾ ਕਿ ਹੁਣ ਦਿਸਣੋਂ ਹਟ ਗਿਆ। ਤੇ ਜਿਹੜੇ ਰੋਜ਼ ਤੇ ਆਉਂਦੇ ਨੇ ਉਹ ਆਪਣੀ ਜੋਤ ਨੂੰ ਦੇਖਣਗੇ, ਆਪਣੇ ਪ੍ਰਕਾਸ਼ ਰੂਪ ਨੂੰ ਦੇਖਣਾ ਹੁੰਦਾ ਹੈ। ਇਸ ਤਰੀਕੇ ਨਾਲ ਫਿਰ ਆਪਾਂ ਨੀਚੇ ਵਾਲਾ ਅਭਿਆਸ ਕਰਾਂਗੇ। ਆਓ ਪਹਿਲਾਂ ਆਪਣੀ ਦ੍ਰਿਸ਼ਟੀ ਸਮ ਕਰਕੇ ਆਪਣੇ ਆਪ ਨੂੰ ਦੇਖੀਏ। सामने लेके आइए, ध्यान सामने देखिए। मस्तक दे सामने ले जो ध्यान पलकां उत्ते चुक दो। फिर सामने लेके आइए, ध्यान सामने देखिए। फिर नक ते सम करके देखिए। फिर नीचे ले जी ध्यान हो।
नीचे ध्यान लीजिए, नीचे जो कपड़ा वगैरह विछया उस तो थोड़ा ऊपर आप देखांगे, इत्थे सानू प्रकाश अनुभव होना शुरू हो जाएगा। सानू इदा अनुभव होना शुरू होएगा जिमें कपड़े दे उत्ते पानी दी लहरां चलदियां ने, जिवें सरोवर दे विच लहरां हुंदियां ने, इत्थे अनुभव ही है, वो सानू प्रॉपर दिसदियां हुंदियां, इत्थे अनुभव हुंदा है। एक हलचल अनुभव होनी है, वो शुरू हो जाती है। फिर सम करके अपने आप को देखिए, दृष्टि सम करके अपने आप को देखिए, अपने नक ते ध्यान ला के अपने फेस वाल नूं देखना हुंदा है। फिर नीचे ले जाइए ध्यान, फिर सम करके अपने आप को देखिए, दृष्टि सम करके अपने आप को देखिए। फिर नीचे ले जाइए ध्यान,
फिर दृष्टि सम करके अपने आप को देखिए। फिर नीचे ले जाइए ध्यान। सामने लेके आइए ध्यान, सामने देखिए। मस्तक दे सामने ले जाइए ध्यान, पलक उत्ते चुकती है।
फिर सामने ले आइए ध्यान। नीचे ले जाइए ध्यान। दृष्टि सम करके अपने आप को देखिए, नेत्र सम करके अपने आप को देखिए। वाहिगुरु जी का खालसा, वाहिगुरु जी की फतेह। सो गुरमुख प्यारिओ, इस तरीके दे नाल आपां अभ्यास करना है उस प्रभु की शरण दे विच। कित्थों सन शुरू हो जाती, जितों इत्थों अगे निरंकारता देश है, इत्थों साडा आकार है। इधर माया का देश है, इस पासे नूं आपां प्रवेश करांगे, अंदर प्रवेश कर जाएंगे तो इस पासे नूं चलांगे, बाहर चले जावांगे। फर्क इन्ना ही है कि आप ये रस्ता भुल गए, जो इधर नूं जाण दा रस्ता असीं भुल गए तो इधर नूं चलते हाँ। महाराज समझाउंदे ने, पंथा प्रेम न जानी भूली फिरै गवा। इस रास्ते चलांगे, साडे अंदर प्रेम पैदा होएगा सारे प्रति। इधर चलते हाँ, नफरत है, बैर विरोध है। सो आओ प्यारिओ, इन्ने क विचार करते हैं, बहुत सारियां भुल्लां हो जांदियां हन। आप संगत सतगुरु जी बख्शण जोग हो, बख्श लेना जी। वाहिगुरु जी का खालसा, वाहिगुरु जी की फतेह।